ਬੱਚੇ ਜਿਹੜੇ ਅਸੀਂ ਕਹਿੰਦੇ ਆ ਕਿ ਕੋਈ ਇਲਾਜ ਨਹੀਂ ਹੈ, ਸਿਰਫ ਟ੍ਰੇਨ ਕਰਨੇ ਪੈਂਦੇ ਨੇ ਜਾਂ ਦਵਾਈਆਂ ਦੇ ਸਿਰ ਤੇ ਨੇ, ਉਹ ਵੀ ਇਹ 2 ਦਿਨ ਦੇ ਰੈਸਟ ਨਾਲ ਉਹਨਾਂ 'ਚ ਇੰਪਰੂਵਮੈਂਟ ਦੇ ਸੀ। ਤੇ ਉਹ ਕੰਪਲਸਰੀ ਦੇਖਿਆ ਗਿਆ ਕਿ ਜਿਹੜੇ ਬੰਦੇ ਸੈਟਰਡੇ ਸੰਡੇਜ਼ ਆਫ ਲੈ ਰਹੇ ਸਨ, ਸਭ ਦੀ ਲੰਬੀ ਉਮਰ ਵੀ ਹੋਈ, ਬਿਮਾਰੀ ਰਹਿਤ ਵੀ ਹੋਏ। ਤੇ ਪਤਾ ਜੇ ਐਪਲ ਤੇ ਗੂਗਲ ਨੇ ਕੀ ਕੀਤਾ? ਪੁਰਾਣੀ ਕਹਾਵਤ ਸੀ, ਵਿਹਲਾ ਦਿਮਾਗ ਸ਼ੈਤਾਨ ਦਾ ਘਰ। ਸੋ ਜਿਹੜੇ ਵਿਹਲੇ ਰਹਿੰਦੇ ਨੇ, ਦੇਖੀਏ ਉਹਨਾਂ ਦਾ ਦਿਮਾਗ ਕਿਸ ਤਰ੍ਹਾਂ ਸੁੰਗੜ ਜਾਂਦਾ ਹੈ ਜਾਂ ਕਿਸ ਤਰ੍ਹਾਂ ਬਿਹੇਵ ਕਰਦਾ ਹੈ। ਯਾਨੀ ਦਿਮਾਗ ਦਾ ਉਹ ਹਿੱਸਾ ਜਿਹੜਾ ਯਾਦਾਸ਼ਤ ਨਾਲ, ਜਿਹੜਾ ਕੰਸਨਟ੍ਰੇਸ਼ਨ ਨਾਲ, ਜਿਹੜਾ ਧਿਆਨ ਲਾਉਣ ਵੱਲ, ਜਿਹੜਾ ਸਗੋਂ ਯਾਨੀ ਤੁਹਾਨੂੰ ਚੁਸਤ ਦਰੁਸਤ ਰੱਖਣ ਵਾਲੇ ਪਾਸੇ ਸੀ, ਤੇ ਜਿਹੜਾ ਤੁਹਾਨੂੰ ਚੜ੍ਹਦੀ ਕਲਾ ਦੇਣ ਦਾ ਸੀ ਜਾਂ ਜਿਹੜਾ ਖੁਸ਼ੀ ਦਾ ਅਹਿਸਾਸ ਕਰਾ ਰਿਹਾ ਸੀ, ਉਹਦੇ ਉੱਪਰ ਸਗੋਂ ਭਰਤਾਂ ਵੱਧ ਬਣੀਆਂ ਪਈਆਂ। ਪੈਨਿਕ ਅਟੈਕਸ ਘੱਟ ਸਨ। ਸੋ ਇਹ ਸਾਰਾ ਵੇਖਦਿਆਂ ਉਹਨਾਂ ਨੇ ਫਿਰ ਦਿਮਾਗ ਦੀ ਸਕੈਨਿੰਗ 'ਚ ਪਤਾ ਲੱਗੀ ਇੱਕ ਹਿੱਸਾ ਅਮਿਗਡਲਾ, ਇੱਕ ਵੱਖਰਾ ਹਿੱਸਾ ਸੀ ਜਿਹੜਾ ਸੁੰਗੜਿਆ ਪਿਆ ਸੀ। ਹੁਣ ਉਸ ਦੇ ਸੁੰਗੜਨ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਸਾਡੀ ਚਿੰਤਾ, ਤਣਾਅ, ਘਬਰਾਹਟ, ਉਹ ਸਾਰਾ ਸਾਡਾ ਉਹ ਸੈਂਟਰ ਜੋ ਮੇਨਟੇਨ ਕਰਦਾ ਹੈ, ਉਹ ਸੁੰਗੜ ਚੁੱਕਾ ਸੀ। ਸੋ ਉਹਨਾਂ ਨੇ ਸੌਖਾ ਤਰੀਕਾ ਦੱਸਿਆ ਕਿ ਜਿਹੜੇ 1 ਜਾਂ 2 ਘੰਟੇ ਸੈਟਰਡੇ ਸੰਡੇਜ਼ ਨੂੰ ਜਿਹੜੇ ਇਸ ਤਰ੍ਹਾਂ ਕਰ ਰਹੇ ਸਨ, ਜਿਨ੍ਹਾਂ 'ਚ ਤੁਸੀਂ ਰਿਲੈਕਸਡ ਕੁਰਸੀ 'ਤੇ ਬੈਠ ਜਾਣਾ, ਮੋਢੇ ਢਿੱਲੇ ਛੱਡ ਦੇਣੇ ਆ, ਪਰ ਸਾਹ 'ਤੇ ਕੇਂਦਰਿਤ ਹੋ ਜਾਣਾ। ਤੁਸੀਂ ਫਿਲਮੀ ਭਾਵੇਂ ਹੀਰੋਇਨ ਜਾਂ ਹੀਰੋਜ਼ ਵੱਲ ਦੇਖ ਲਓ, ਜਿਹੜੇ ਕਿ ਕੰਮ ਦੇ ਓਵਰਲੋਡ ਕਾਰਨ ਹੌਲੀ ਹੌਲੀ ਡਰੱਗਸ ਵੱਲ ਜਾਂ ਢਹਿੰਦੀ ਕਲਾ ਵੱਲ, ਜਾਂ ਸਾਡੇ ਕੋਲ ਇਸ ਵੇਲੇ ਰੇਟਸ ਆਫ ਜੋ ਯੰਗ ਬੱਚਿਆਂ ਦੇ ਸੁਇਸਾਈਡਲ ਜੋ ਟੈਂਡੈਂਸੀਜ਼ ਵੱਧ ਰਹੀਆਂ ਨੇ ਕਿ ਮਾਪੇ ਕਹਿੰਦੇ ਨੇ ਸਿਰ ਵੀ ਕਿਉਂ ਚੱਕ ਲਿਆ, ਪੜ੍ਹ, ਹੋਰ ਪੜ੍ਹ, ਉਹ ਫਲਾਣੇ ਨਾਲ ਦੇ ਕਮਰੇ 'ਚ ਦੇਖ ਲਾਈਟ ਜਗ ਰਹੀ, ਉਹ ਅਜੇ ਵੀ ਪੜ੍ਹ ਰਿਹਾ ਨਾਲ ਦੇ ਘਰ ਵਿੱਚ, ਤੂੰ ਕਿਵੇਂ ਉੱਠ ਗਿਆ? ਸੁੱਤੇ ਉੱਠਦੇ ਸਾਰ ਕੀ ਸਭ ਤੋਂ ਪਹਿਲਾ ਹੱਥ ਮੋਬਾਈਲ ਵੱਲ ਤਾਂ ਨਹੀਂ ਜਾ ਰਿਹਾ? ਕੀ ਸੀ ਮੈਸੇਜ, ਕੋਈ ਮਿਸ ਤਾਂ ਨਹੀਂ ਹੋਇਆ? ਇਹ ਸਮਝ ਲਓ ਕਿ ਤੁਹਾਡੇ ਤੇ ਇਹ ਬਿਮਾਰੀ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਿਆ, ਜੋ ਕਿ ਸਾਨੂੰ ਆਈਡੀਆ ਵੀ ਨਹੀਂ ਹੁੰਦਾ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਆਨੰਦਪ੍ਰੀਤ ਸਿੰਘ। ਸਾਡੇ ਸਾਰਿਆਂ ਦੀ ਜ਼ਿੰਦਗੀ ਬੜੇ ਰੁਝੇਵਿਆਂ ਭਰੀ ਹੈ, ਬੜੇ ਮਸ਼ਰੂਫ ਰਹਿੰਦੇ ਆਪਾਂ ਹਰ ਕੰਮ ਦੇ ਵਿੱਚ, ਪਰ ਕਹਿੰਦੇ ਨੇ ਕਿ ਟਾਈਮ ਕੱਢਣਾ ਚਾਹੀਦਾ ਹੈ, ਮਿਲਣਾ ਚਾਹੀਦਾ ਹੈ, ਗਿਲਣਾ ਚਾਹੀਦਾ ਹੈ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਮਨ ਨੂੰ ਕਿਸੇ ਹੋਰ ਪਾਸੇ ਵੀ ਲਾਉਣਾ ਚਾਹੀਦਾ। ਸਾਰਾ ਦਿਨ ਕੰਮ ਦੇ ਵਿੱਚ ਨਹੀਂ ਲਾਉਣਾ ਚਾਹੀਦਾ। ਤਾਂ ਕੰਮ ਆਪਾਂ ਲਗਾਤਾਰ ਕਰਦੇ ਰਹਿੰਦੇ ਆ, ਇਹਦੇ ਅੱਜ ਕੱਲ੍ਹ ਸਿਹਤ ਨੂੰ ਕੀ ਨੁਕਸਾਨ ਹੋ ਰਹੇ ਨੇ? ਹੈ ਤਾਂ ਬੜਾ ਛੋਟਾ ਜਿਹਾ ਸਵਾਲ ਹੈ, ਪਰ ਇਹ ਸਵਾਲ ਦੇ ਪਿਛਲੇ ਮਾਇਨੇ ਬਹੁਤ ਡੂੰਘੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਜ ਆਪਾਂ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਹਾਂ, ਸਿਹਤ ਉੱਤੇ ਕੀ ਅਸਰ ਪੈ ਰਹੇ ਨੇ। ਇਹਦੇ ਬਾਰੇ ਜਾਣਨ ਦੇ ਲਈ ਅਸੀਂ ਡਾਕਟਰ ਹਰਸ਼ਿੰਦਰ ਕੌਰ ਹੋਰਾਂ ਜੀ ਕੋਲ ਪਹੁੰਚੇ ਹਾਂ। ਮੈਡਮ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮੈਮ, ਫਿਰ ਤੁਹਾਡੇ ਕੋਲ ਹਾਜ਼ਰੀ ਲਾਉਣ ਲਈ ਪਹੁੰਚ ਗਏ ਹਾਂ। ਪ੍ਰਾਈਮ ਏਸ਼ੀਆ ਤੇ ਆਏ ਹੋ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਜਿੰਨੇ ਵੀ ਪ੍ਰਾਈਮ ਏਸ਼ੀਆ ਰਾਹੀਂ ਸੁਣ ਰਹੇ ਨੇ ਵੀਰ ਭੈਣ ਬਜ਼ੁਰਗ ਬੱਚੇ, ਸਭਨਾਂ ਨੂੰ ਬਹੁਤ ਨਿੱਘੀ ਫਤਿਹ। ਤੇ ਅਨੰਦਪ੍ਰੀਤ ਜੀ, ਜਿੰਨੇ ਕੁ ਉਲਾਂਭੇ ਸਾਰਿਆਂ ਦੇ ਆ ਰਹੇ ਨੇ, ਸਵਾਲ ਬਹੁਤ ਪੈਂਡਿੰਗ ਹੋਈ ਜਾ ਰਹੇ ਨੇ, ਮੈਨੂੰ ਲੱਗਦਾ ਹੈ ਕਿ ਆਪਾਂ ਸਵਾਲਾਂ ਤੇ ਜ਼ਿਆਦਾ ਜ਼ੋਰ ਪਾਉਣਾ ਪੈਣਾ, ਪਰ ਫਿਰ ਵੀ ਜਿਵੇਂ ਜੋ ਪਿਆਰ ਵਾਲਾ ਹੁੰਗਾਰਾ ਸਾਰਿਆਂ ਵੱਲੋਂ ਆਉਂਦਾ, ਉਹਨਾਂ ਲਈ ਸੱਚਮੁੱਚ ਦਿਲੋਂ ਧੰਨਵਾਦ। ਤੇ ਵਾਅਦਾ ਰਿਹਾ ਕਿ ਇਸ ਪ੍ਰੋਗਰਾਮ ਤੋਂ ਬਾਅਦ ਅਸੀਂ ਉਹਨਾਂ ਦੇ ਸਵਾਲ, ਖਾਸ ਤੌਰ ਤੇ ADHD ਜੋ ਉਹਨਾਂ ਨੇ ਕਿਹਾ ਕਿ ਸਾਡੇ ਔਟਿਜ਼ਮ ਬਹੁਤ ਜ਼ਿਆਦਾ ਹੋ ਰਿਹਾ ਹੈ, ਉਹਨਾਂ ਬਾਰੇ ਜ਼ਰੂਰ, ਬੱਚਿਆਂ ਬਾਰੇ ਕਿਵੇਂ ਉਹਨਾਂ ਨੂੰ ਸਾਂਭੀਏ, ਸਾਡੇ ਕੈਂਸਰ ਹੋ ਰਿਹਾ ਉਹਨਾਂ ਬੱਚਿਆਂ ਨੂੰ ਕਿਵੇਂ ਸਾਂਭੀਏ, ਸੋ ਜ਼ਰੂਰ ਉਸ ਬਾਰੇ ਵੀ ਗੱਲ ਕਰਾਂਗੇ। ਪਰ ਅੱਜ ਦਾ ਵਿਸ਼ਾ ਵਾਕਈ ਬਹੁਤ ਮਹੱਤਵਪੂਰਨ ਹੈ। ਮੈਨੂੰ ਲੱਗਦਾ ਦੁਨੀਆ ਦਾ ਕੋਈ ਬੰਦਾ ਅਜਿਹਾ ਨਹੀਂ ਹੋਣਾ ਜਿਸ ਤੇ ਇਹ ਪ੍ਰੋਗਰਾਮ ਜੋ ਅੱਜ ਦਾ ਅਸੀਂ ਖਾਸ ਤੌਰ ਤੇ ਕੇਂਦਰਿਤ ਕੀਤਾ, ਜੇ ਉਹਨਾਂ ਤੇ ਉਹ ਅਸਰ ਨਾ ਪਾਉਂਦਾ ਹੋਵੇ। ਇਸ ਤਰ੍ਹਾਂ ਦਾ ਨਹੀਂ ਹੈ ਕੋਈ ਵੀ ਜਨਮ। ਮੈਮ, ਅਕਸਰ ਅਸੀਂ ਕਹਿੰਦੇ ਸੁਣਿਆ ਕਿ ਵਿਹਲੇ ਨਾਲੋਂ ਬਗਾਰ ਚੰਗੀ। ਕੋਈ ਨਾ ਕੋਈ ਬੰਦੇ ਨੂੰ ਕੰਮ ਕਰਦੇ ਰਹਿਣਾ ਚਾਹੀਦਾ, ਪਰ ਰਿਸਰਚਾਂ ਕੁਝ ਹੋਰ ਕਹਿੰਦੀਆਂ ਨੇ। ਬੰਦਾ ਕਹਿੰਦਾ ਯਾਰ ਮੇਰੇ ਕੋਲ ਸਮਾਂ ਨਹੀਂ ਹੈਗਾ ਉਨਾ ਕੁ, ਮੈਂ ਮਸ਼ਰੂਫ ਬਹੁਤ ਰਹਿਣਾ ਆਪਣੀ ਜ਼ਿੰਦਗੀ 'ਚ, ਮੈਨੂੰ ਕੰਮ ਬਹੁਤ ਹੈ, ਰੁਝੇਵੇ ਬਹੁਤ ਹੈ। ਇੱਕ ਬੱਚੇ ਤੋਂ ਲੈ ਕੇ ਇੱਕ ਬਜ਼ੁਰਗ ਤੱਕ ਹਰ ਇੱਕ ਨੂੰ ਕੰਮ ਨੇ, ਹਰ ਇੱਕ ਦੇ ਆਪਣੇ ਆਪਣੇ ਰੁਝੇਵੇ ਨੇ। ਕੀ ਲੱਗਦਾ ਕੀ ਹੈ, ਤੁਸੀਂ ਕੀ ਮੰਨਦੇ ਹੋ ਕਿ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਸਮਾਂ ਕਿੰਨੀ ਕੁ ਅਹਿਮੀਅਤ ਦੇਣੀ ਚਾਹੀਦੀ ਹੈ, ਜਾਂ ਸਿਹਤ ਮਾਹਰ ਦੇ ਤੌਰ ਦੇ ਉੱਤੇ ਕੀ ਕਹਿਣਾ ਚਾਹੋਗੇ?
ਬਿਲਕੁਲ ਬੜੀਆਂ ਮਜ਼ੇਦਾਰ ਕਈ ਖੋਜਾਂ ਹੁੰਦੀਆਂ ਨੇ। ਮੈਂ ਗੱਲ ਕਰਾਂਗੀ ਹਾਰਵਰਡ ਯੂਨੀਵਰਸਿਟੀ 'ਚ ਵੀ ਹੋਈਆਂ, ਮੈਸਾਚਿਊਟਸ ਇੰਸਟੀਚਿਊਟ 'ਚ ਵੀ ਹੋਈਆਂ, ਤੇ ਹੋਰ ਵੀ ਲੰਡਨ ਮੈਡੀਕਲ ਕਾਲਜ ਜਾਂ ਵੱਖੋ ਵੱਖਰੇ ਮੁਲਕਾਂ ਦੇ ਜੋ ਮੈਡੀਕਲ ਕਾਲਜਸ ਵਿੱਚ ਹੋਈਆਂ। ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੰਨ 2011 ਵਿੱਚ ਇੱਕ ਬਾਈ ਚਾਂਸ ਵਾਲੀ ਖੋਜ ਕਹਿ ਸਕਦੇ ਹਾਂ, ਜਿਸ 'ਚ ਇਹ ਲੱਭਣ ਲਈ ਕੀਤਾ ਗਿਆ ਕਿ ਜਿਹੜੇ ਅਸੀਂ ਪੁਰਾਣੀ ਕਹਾਵਤ ਸੀ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਸੋ ਜਿਹੜੇ ਵਿਹਲੇ ਰਹਿੰਦੇ ਨੇ ਦੇਖੀਏ ਉਹਨਾਂ ਦਾ ਦਿਮਾਗ ਕਿਸ ਤਰ੍ਹਾਂ ਸੁੰਗੜ ਜਾਂਦਾ ਹੈ ਜਾਂ ਕਿਸ ਤਰ੍ਹਾਂ ਬਿਹੇਵ ਕਰਦਾ ਹੈ। ਸੋ ਉਹਨਾਂ ਨੇ ਲਏ ਉਹ ਬੰਦੇ ਜਿਹੜੇ 5 ਦਿਨ ਤਾਂ ਕੰਮ ਕਰ ਰਹੇ ਸਨ, ਪਰ 2 ਦਿਨ ਆਫ ਡੇਜ਼ ਸਨ ਉਹਨਾਂ ਦੇ, ਯਾਨੀ ਸ਼ਨੀਵਾਰ ਐਤਵਾਰ ਕੰਮ ਨਹੀਂ ਕਰ ਰਹੇ ਸਨ, ਉਹ ਇੰਜੋਏ ਕਰ ਰਹੇ ਸਨ ਲਾਈਫ, ਜਾਂ ਜੋ ਵੀ ਉਹਨਾਂ ਨੇ ਕੋਈ ਮੈਡੀਟੇਸ਼ਨ ਕਰ ਰਿਹਾ ਸੀ। ਇਸ ਤਰ੍ਹਾਂ ਦੇ ਉਹਨਾਂ ਨੇ ਬੰਦੇ ਚੁਣੇ। ਹੁਣ ਨੈਚੁਰਲੀ ਲੱਭ ਤਾਂ ਇਹ ਰਹੇ ਸਨ ਵੀ 2 ਦਿਨ ਉੱਕਾ ਹੀ ਵਿਹਲੇ ਨੇ, ਕੋਈ ਮੈਡੀਟੇਸ਼ਨ ਵੱਲ ਜੁੜਿਆ, ਕੋਈ ਖੇਡ ਹੱਸ ਰਿਹਾ, ਤੇ ਇਹਨਾਂ ਦਾ ਦਿਮਾਗ ਕਿਤੋਂ ਨਾ ਕਿਤੋਂ ਸੁੰਗੜ ਗਿਆ ਹੋਣਾ। ਸੋ ਟੈਸਟ ਕੀਤੇ ਗਏ ਜਿੰਨੇ ਕੁ ਵੀ ਕਰ ਸਕਦੇ ਸਨ। ਉਹਨਾਂ 'ਚ ਇੱਕ ਬੜੀ ਕਮਾਲ ਦੀ ਚੀਜ਼ ਇਹ ਦਿਖੀ ਕਿ ਉਹਨਾਂ ਦਾ ਹਿੱਪੋਕੈਂਪਸ ਇੱਕ ਹਿੱਸਾ ਦਿਮਾਗ ਦਾ, ਉਹਦੇ ਉੱਪਰ ਕੋਰਟੈਕਸ, ਕਿਤੇ ਤਾਂ ਉਹ ਸੋਚ ਰਹੇ ਸਨ ਸੁੰਗੜ ਜਾਏਗੀ, ਦਿਮਾਗ ਸੁੰਗੜ ਰਿਹਾ, ਕੰਮ ਨਹੀਂ ਕਰ ਰਹੇ। ਉਹਨਾਂ ਵੇਖਿਆ ਕਿ ਉਹਦੇ ਤੇ 5 ਪਰਤਾਂ ਫਾਲਤੂ ਹੋਈਆਂ ਪਈਆਂ, ਯਾਨੀ ਦਿਮਾਗ ਦਾ ਉਹ ਹਿੱਸਾ ਜਿਹੜਾ ਯਾਦਦਾਸ਼ਤ ਨਾਲ, ਜਿਹੜਾ ਕੰਸਨਟ੍ਰੇਸ਼ਨ ਨਾਲ, ਜਿਹੜਾ ਧਿਆਨ ਲਾਉਣ ਵੱਲ, ਜਿਹੜਾ ਸਗੋਂ ਯਾਨੀ ਤੁਹਾਨੂੰ ਚੁਸਤ ਦਰੁਸਤ ਰੱਖਣ ਵਾਲੇ ਪਾਸੇ ਸੀ, ਤੇ ਜਿਹੜਾ ਤੁਹਾਨੂੰ ਚੜ੍ਹਦੀ ਕਲਾ ਦੇਣ ਦਾ ਸੀ, ਜਾਂ ਜਿਹੜਾ ਖੁਸ਼ੀ ਦਾ ਅਹਿਸਾਸ ਕਰਾ ਰਿਹਾ ਸੀ, ਉਹਦੇ ਉੱਪਰ ਸਗੋਂ ਪਰਤਾਂ ਵੱਧ ਬਣੀਆਂ ਪਈਆਂ। ਹੁਣ ਇਹ ਖਬਰ ਨੈਚੁਰਲੀ ਜਦੋਂ ਪਹਿਲੀ ਰਿਸਰਚ ਕੱਢੀ, ਅਸੀਂ ਆਮ ਜੋ ਸਾਡੀ ਸੋਚ ਹੈ ਨਹੀਂ ਨਹੀਂ ਬਕਵਾਸ ਹੈ, ਪਹਿਲਾ ਅਸੀਂ ਰਿਜੈਕਸ਼ਨ ਕਰਦੇ ਹਾਂ, ਨਹੀਂ ਹੋ ਸਕਦਾ ਵੀ ਬੰਦਾ ਕੰਮ ਕਰ ਨਹੀਂ ਰਿਹਾ 2 ਦਿਨ ਵਿਹਲਾ। ਸੋ ਉਸ ਖੋਜ ਦੇ ਉੱਤੇ ਫਿਰ ਅੱਗੋਂ ਹੋਰ ਖੋਜਾਂ ਸ਼ੁਰੂ ਕੀਤੀਆਂ ਗਈਆਂ। ਉਹਨਾਂ ਵਿੱਚ ਕੁਝ ਬੱਚੇ ਲਏ ਗਏ, ਕੁਝ ਬਜ਼ੁਰਗ ਲਏ ਗਏ। ਹੁਣ ਇਹ ਦੇਖਣ ਵਿੱਚ ਆਇਆ ਕਿ ਜਿਹੜੇ ਕਿਉਂਕਿ ਉਹ ਖੋਜ ਜਿਹੜੀ ਸੀ, ਜਿਹੜੀ ਪਹਿਲੀ ਜੇ 2011 ਵਾਲੀ, ਉਹ ਚੱਲੀ ਸੀ 3 ਕੁ ਸਾਲ। ਹੁਣ ਇੱਕ ਹੋਰ ਜੋ ਪਹਿਲਾਂ ਦੀ ਚਲਦੀ ਆਉਂਦੀ ਸੀ, ਜਿਨ੍ਹਾਂ ਨੇ ਐਡ ਔਨ ਕਰ ਲਈ ਇਹ ਚੀਜ਼ ਵੀ ਇਹਨਾਂ ਨੇ ਕੀ ਕੱਢੀ ਇਹ ਖੋਜ ਅਜੀਬ ਜਿਹੀ, ਵੀ ਕੰਮ ਸਗੋਂ ਨਹੀਂ ਕੀਤਾ 2 ਦਿਨ, ਤੇ ਇਹ ਸਗੋਂ ਏਰੀਆ ਕਿਵੇਂ ਇਨਵੋਲਵ ਵੱਧ ਸਗੋਂ ਕਿਵੇਂ ਐਕਟਿਵ ਹੋ ਰਿਹਾ। ਸੋ ਉਹਨਾਂ ਨੇ ਲਗਾਤਾਰ ਚਲਾਈ ਖੋਜ ਜਿਹੜੀ 20 ਸਾਲ ਤੱਕ ਚੱਲੀ, ਜਿਹੜੀ ਉਹਦਾ ਹੁਣ ਰਿਜ਼ਲਟ ਹੁਣੇ ਹੀ ਆਇਆ, ਜੋ ਇਸੇ ਹੀ ਸਾਲ ਸਾਡੇ ਕੋਲ ਪਹੁੰਚਿਆ। ਉਹ ਨਤੀਜੇ ਹੋਰ ਵੀ ਕਮਾਲ ਦੇ ਨੇ। 20 ਸਾਲ ਦੀ ਖੋਜ ਨੂੰ ਤੁਸੀਂ ਸਿੱਧਾ ਕਾਊਂਟਰ ਨਹੀਂ ਕਹਿ ਸਕਦੇ, ਨਹੀਂ ਜੀ ਗਲਤ ਹੈ। ਉਹਦੇ ਵਿੱਚ ਉਹਨਾਂ ਨੇ ਬੱਚੇ ਇੱਕ ਵੱਖਰਾ ਗਰੁੱਪ ਲਿਆ, ਇੱਕ ਗਰੁੱਪ ਨੌਜਵਾਨਾਂ ਦਾ ਲਿਆ ਜੋ ਕਿ ਐਕਟਿਵ ਸਨ, ਰੋਜ਼ ਜਿਵੇਂ ਮਿਸਾਲ ਵਜੋਂ ਮੀਡੀਆ ਦੇ ਬੰਦੇ, ਦਿਨ ਰਾਤ ਕੰਮ, ਨਾ ਰਾਤ ਨਾ ਦਿਨ ਕੋਈ ਖਾਣ ਦਾ, ਜਾਂ ਡਾਕਟਰ ਲਏ, ਜਾਂ ਇਹੋ ਜਿਹੇ ਪੇਸ਼ੇ ਜਿੱਥੇ ਦਿਨ ਰਾਤ ਕੰਮ 'ਚ ਜੁਟੇ ਸਨ। ਤੇ ਕੰਪੈਰੀਜ਼ਨ ਦੂਜੇ ਉਹ ਲਏ ਜਿਹੜੇ ਇਸੇ ਤਰ੍ਹਾਂ 2 ਦਿਨ ਸੈਟਰਡੇ ਸੰਡੇ ਜਾਂ ਐਨੀ ਕੋਈ ਵੀ ਦਿਨ, ਯਾਨੀ 5 ਦਿਨ ਕੰਮ ਕਰ ਰਹੇ ਸਨ, 2 ਦਿਨ ਆਫ ਡੇਜ਼ ਲੈ ਰਹੇ ਸਨ, ਉਹ ਲੈ ਲਏ। ਹੁਣ ਇਹਦੇ ਵਿੱਚ ਉਹਨਾਂ ਨੇ ਜੋ ਖੋਜ ਦੇ ਨਤੀਜੇ ਕੱਢੇ ਉਹ ਇਹ ਸਨ ਕਿ ਪਹਿਲੀ ਗੱਲ ਕਿ ਇਹਨਾਂ ਦੇ ਜਿਹੜੇ 2 ਦਿਨ ਆਫ ਲੈ ਰਹੇ ਸਨ, ਇਹਨਾਂ ਦੀ ਧੜਕਣ ਨਾਰਮਲ ਸੀ, ਇਹਨਾਂ ਦੀ ਜੋ ਦਿਲ ਦੇ ਮਤਲਬ ਰੇਟ ਵੀ ਨਾਰਮਲ ਸੀ, ਬਲੱਡ ਪ੍ਰੈਸ਼ਰ ਵੀ ਨਾਰਮਲ ਸੀ, ਇਹਨਾਂ ਦੇ ਕੰਮਕਾਰ ਜੋ ਅੰਗ ਕਰ ਰਹੇ ਸਨ ਉਹ ਜ਼ਿਆਦਾ ਵਧੀਆ ਸਨ, ਤੇ ਇਹਨਾਂ ਦੇ ਸ਼ੂਗਰ ਦੇ ਮਰੀਜ਼ ਵੀ ਜਿਹੜੇ ਸਨ, ਜਿਹੜੇ ਆਫ ਡੇਜ਼ ਲੈ ਰਹੇ ਸਨ, ਉਹਨਾਂ ਦੀ ਬਿਹਤਰ ਕੰਟਰੋਲ ਸੀ ਸ਼ੂਗਰ ਦਾ। ਇਹਨਾਂ ਵਿੱਚ ਕੈਂਸਰ ਦੇ ਰੇਟ ਘੱਟ ਸੀ, ਇਹਨਾਂ 'ਚ ਡਿਪਰੈਸ਼ਨ ਘੱਟ ਸੀ, ਇਹਨਾਂ ਦੇ ਵਿੱਚ ਪੈਨਿਕ ਅਟੈਕਸ ਘੱਟ ਸਨ। ਸੋ ਇਹ ਸਾਰਾ ਵੇਖਦਿਆਂ ਉਹਨਾਂ ਨੇ ਫਿਰ ਦਿਮਾਗ ਦੀ ਸਕੈਨਿੰਗ 'ਚ ਪਤਾ ਲੱਗੀ ਇੱਕ ਹਿੱਸਾ ਅਮਿਗਡਲਾ, ਇੱਕ ਵੱਖਰਾ ਹਿੱਸਾ ਸੀ ਜਿਹੜਾ ਸੁੰਗੜਿਆ ਪਿਆ ਸੀ। ਹੁਣ ਉਸ ਦੇ ਸੁੰਗੜਨ ਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਸਾਡੀ ਚਿੰਤਾ, ਤਣਾਅ, ਘਬਰਾਹਟ, ਉਹ ਸਾਰਾ ਸਾਡਾ ਉਹ ਸੈਂਟਰ ਜੋ ਮੇਨਟੇਨ ਕਰਦਾ ਉਹ ਸੁੰਗੜ ਚੁੱਕਾ ਸੀ। ਯਾਨੀ ਉਹਨਾਂ ਨੇ ਇਹ ਦੇਖਿਆ ਕਿ ਇਹਦਾ ਮਤਲਬ ਹੈ 2 ਦਿਨ ਆਫ ਜਿਹੜੇ ਕੀਤੇ ਜਾ ਰਹੇ ਨੇ, ਇਹਦਾ ਕਿਸ ਤਰ੍ਹਾਂ ਤੇ ਕਿਵੇਂ ਅਸਰ ਹੁੰਦਾ। ਹੁਣ ਕਮਾਲ ਦੀ ਚੀਜ਼ ਵੇਖੋ, ਉਹਨਾਂ ਦੇਖਿਆ ਕਿ ਇਸ ਦਿਨ ਜਿਹੜੇ ਧਿਆਨ ਲਾ ਰਹੇ ਸਨ, ਯਾਨੀ ਮੈਡੀਟੇਸ਼ਨ ਦਾ ਵੀ ਰੋਲ ਬਹੁਤ ਇੰਪੋਰਟੈਂਟ ਇਹਦੇ 'ਚ ਦਿਸਿਆ ਕਿ ਮੈਡੀਟੇਸ਼ਨ ਦੌਰਾਨ, ਹੁਣ ਆਮ ਹੀ ਗੱਲ ਹੈ, ਮੈਂ ਤੁਹਾਨੂੰ ਸੱਚੀ ਦੱਸਾਂ ਕਿ ਆਪਾਂ ਕਹਿੰਦੇ ਹਾਂ ਜੀ ਸਾਡੇ ਕੋਲੋਂ ਤਾਂ ਧਿਆਨ ਲਾਇਆ ਹੀ ਨਹੀਂ ਜਾਂਦਾ, ਜਦੋਂ ਹੀ ਆਪਾਂ ਅੱਖਾਂ ਬੰਦ ਕਰੀਏ ਕੋਈ ਸੋਚੀਏ ਫਟਾਫਟ ਕੰਮਾਂ ਦੀ ਲਿਸਟ ਆ ਜਾਂਦੀ।
ਸੋ ਉਹਨਾਂ ਨੇ ਸੌਖਾ ਤਰੀਕਾ ਦੱਸਿਆ ਕਿ ਜਿਹੜੇ 1 ਜਾਂ 2 ਘੰਟੇ ਸੈਟਰਡੇ ਸੰਡੇਜ਼ ਨੂੰ ਜਿਹੜੇ ਇਸ ਤਰ੍ਹਾਂ ਕਰ ਰਹੇ ਸਨ, ਜਿਨ੍ਹਾਂ 'ਚ ਤੁਸੀਂ ਰਿਲੈਕਸਡ ਕੁਰਸੀ ਤੇ ਬੈਠ ਜਾਣਾ, ਮੋਢੇ ਢਿੱਲੇ ਛੱਡ ਦੇਣੇ ਆ, ਪਰ ਸਾਹ ਤੇ ਕੇਂਦਰਿਤ ਹੋ ਜਾਣਾ। ਯਾਨੀ ਤੁਸੀਂ ਸਾਹ ਲੰਬਾ ਖਿੱਚਣਾ, ਗਿਣਨਾ 1 ਫਿਰ 2, ਯਾਨੀ ਉਸ ਸਰਕਲ ਵਿੱਚ ਤੁਸੀਂ ਥੋੜ੍ਹੀ ਚਿਰ ਲਈ ਕੰਮਾਂ ਦੀ ਲਿਸਟ ਨਿਕਲ ਜਾਂਦੀ ਹੈ, ਕਿਉਂਕਿ ਤੁਸੀਂ ਕੇਂਦਰਿਤ ਤੋਂ ਸਾਹ ਗਿਣਨਾ, ਉਹਦੇ 'ਚ ਗੜਬੜ ਨਾ ਹੋਵੇ। ਤੇ ਦੂਸਰੇ ਪਾਸੇ ਉਹ ਲੋਕ ਸਨ ਜਿਨ੍ਹਾਂ ਨੇ ਆਪਣੇ ਸੈਟਰਡੇ ਸੰਡੇਜ਼ ਕੰਪਿਊਟਰ ਬੰਦ ਕੀਤੇ, ਫੋਨ ਬੰਦ ਕੀਤੇ, ਦੋਸਤਾਂ ਨਾਲ ਮਿਲਣ ਗਿਲਣ ਨਿਕਲ ਗਏ, ਘੁੰਮਣ ਚਲੇ ਗਏ, ਸ਼ਾਪਿੰਗ ਕੀਤੀ, ਪਿਕਚਰ ਦੇਖ ਲਈ, ਯਾਨੀ ਕੁਛ ਵੀ ਅਜਿਹੀ ਇੰਜੋਇਮੈਂਟ ਦੀ ਚੀਜ਼ ਕੀਤੀ ਜਿਹਦੇ ਨਾਲ ਉਹ ਪੁਰਾਣਾ ਜੋ ਟੈਨਸ਼ਨ ਚਲਦੀ ਆ ਰਹੀ ਸੀ ਉਹਦੇ ਵਿੱਚ ਉਹ ਐਡ ਔਨ ਹੋਣ ਦੀ ਥਾਂ ਤੁਹਾਡੇ ਸਰੀਰ ਅੰਦਰ ਤਬਦੀਲੀਆਂ ਅਜਿਹੀਆਂ ਦਿਸੀਆਂ ਜਿਹਦੇ ਨਾਲ ਯਾਦਦਾਸ਼ਤ ਦਾ ਸੈਂਟਰ ਜ਼ਿਆਦਾ ਦੇਰ ਰਵਾਂ ਰਿਹਾ, ਕੰਸੈਂਟਰੇਸ਼ਨ, ਅਟੈਂਸ਼ਨ ਸਪੈਨ, ਇਹ ਸਾਰੀਆਂ ਚੀਜ਼ਾਂ ਵਿੱਚ 3 ਗੁਣਾ ਵੱਧ ਦਿਸਿਆ ਹੋਇਆ। ਫਿਰ ਉਹਨਾਂ ਨੇ ਲਏ ਬੱਚੇ ਜਿਨ੍ਹਾਂ ਨੂੰ ਔਟਿਜ਼ਮ, ADHD, ਟਿਕ ਕੇ ਨਾ ਬੈਠ ਸਕਣ ਵਾਲੇ, ਉਹਨਾਂ ਨੂੰ ਦਵਾਈਆਂ ਚੱਲ ਰਹੀਆਂ ਸੀ, ਟ੍ਰੇਨਿੰਗਸ ਚੱਲ ਰਹੀਆਂ ਸੀ, ਸਭ ਕੁਝ ਚੱਲਦਿਆਂ ਫਿਰ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਇਸ ਤਰੀਕੇ ਦੀ ਅਸੀਂ ਮੈਨੇਜਮੈਂਟ ਕਰ ਰਹੇ ਸੀ ਕਿ ਉਹਨਾਂ ਨੂੰ ਕੁਝ ਪਲੇਫੁਲ ਐਕਟੀਵਿਟੀਜ਼ ਕਰ ਦੇਣੀਆਂ ਜਾਂ ਹੋਰ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਨਾਲ ਉਹਨਾਂ ਨੂੰ ਵੀ ਇੱਕ ਚੀਜ਼ 'ਚ ਧਿਆਨ ਲਾਉਣ ਦਾ, ਯਾਨੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ, ਉਹਨਾਂ ਵਿੱਚ ਇੰਪਰੂਵਮੈਂਟ ਵੱਧ ਸੀ, ਅਟੈਂਸ਼ਨ ਸਪੈਨ ਵੱਧ ਹੋਣਾ ਸ਼ੁਰੂ ਹੋ ਗਿਆ। ਸੋ ਉਹ ਬੱਚੇ ਜਿਹੜੇ ਅਸੀਂ ਕਹਿੰਦੇ ਹਾਂ ਕਿ ਕੋਈ ਇਲਾਜ ਨਹੀਂ ਹੈ, ਸਿਰਫ ਟ੍ਰੇਨ ਕਰਨੇ ਪੈਂਦੇ ਨੇ ਜਾਂ ਦਵਾਈਆਂ ਦੇ ਸਿਰ 'ਤੇ ਨੇ, ਉਹ ਵੀ ਇਹ 2 ਦਿਨ ਦੇ ਰੈਸਟ ਨਾਲ ਉਹਨਾਂ 'ਚ ਇੰਪਰੂਵਮੈਂਟ ਦੇ ਸੀ। ਫਿਰ ਲਏ ਬਜ਼ੁਰਗ, ਹੁਣ ਜਿਨ੍ਹਾਂ ਨੂੰ ਅਸੀਂ 17 ਕਹਿ ਦਿੰਦੇ ਹਾਂ, ਜਿਨ੍ਹਾਂ ਦੀ ਭੁੱਲ ਜਾਣ ਵਾਲੀ ਆਦਤ ਬਣ ਰਹੀ ਹੈ, ਮੈਂ ਦੱਸ ਦਿਆਂ ਸੀ ਉਹਨਾਂ 'ਚ ਸ਼ਾਮਲ ਹੋ ਜਾਣ ਵਾਲੇ ਆ ਜਿਹੜੇ ਨਹੀਂ ਸੈਟਰਡੇ ਸੰਡੇ ਛੁੱਟੀ ਲੈ ਰਹੇ, ਕਿਉਂਕਿ ਉਹਨਾਂ ਨੇ ਦੇਖਿਆ ਕਿ ਉਹ ਬਜ਼ੁਰਗ ਜਿਹੜੇ ਇਸ ਤਰ੍ਹਾਂ ਦੇ ਸੈਟਰਡੇ ਸੰਡੇਜ਼ ਆਫ ਲੈਂਦੇ ਰਹੇ ਸਨ, ਉਹਨਾਂ ਵਿੱਚ ਜ਼ਿਆਦਾ ਐਨਰਜੀ ਸੀ, ਬਿਮਾਰੀਆਂ ਤੋਂ ਰਹਿਤ ਸਨ, ਤੇ ਜੇ ਕਿਸੇ ਨੂੰ ਕੋਈ ਬਿਮਾਰੀ ਸੀ ਉਹਦਾ ਇਮਿਊਨ ਸਿਸਟਮ 4 ਗੁਣਾ ਵੱਧ ਤਗੜਾ ਸੀ। ਇਹ ਯਾਨੀ ਆਪ ਫਾਈਟ ਕਰ ਸਕ ਰਹੇ ਸੀ ਤੇ ਉਹਨਾਂ ਦੀ ਯਾਦਦਾਸ਼ਤ ਐਨ ਚੁਸਤ ਦਰੁਸਤ, ਕਿਸੇ ਵੀ ਪਾਸਿਓਂ ਕੋਈ ਕਮੀ ਨਾ, ਐਕਟੀਵਿਟੀ ਸਰੀਰਕ ਪੱਖੋਂ ਨਾ ਦਿਮਾਗੀ ਪੱਖੋਂ ਘੱਟ ਲੱਭੀ, ਬਲਕਿ ਉਹਨਾਂ ਦੇ ਬਨਿਸਬਤ ਫਿਰ ਨਾਲ ਕੰਪੈਰੀਜ਼ਨ ਕੀਤਾ ਗਿਆ ਕਿ ਜਾਪਾਨ ਦੇ ਵਿੱਚ ਕੰਮ ਕਰਨ ਦੌਰਾਨ ਡੈਥ ਰੇਟ ਬਹੁਤ ਵੱਧ ਰਿਹਾ ਸੀ, ਡਿਪਰੈਸ਼ਨ ਬਹੁਤ ਸੀ। ਸੋ ਉਹਨਾਂ ਨੇ ਹੌਲੀ ਹੌਲੀ ਇਹਨੂੰ ਕਨਵਰਸ਼ਨ ਕੀਤੀ ਕਿ ਭਾਈ ਤੁਸੀਂ 5 ਦਿਨ ਹੀ ਕੰਮ ਕਰਨਾ, 2 ਦਿਨ ਤੁਹਾਨੂੰ ਆਫ ਦਿੱਤੇ ਜਾਣਗੇ। ਨਤੀਜੇ ਕਮਾਲ ਦੇ ਸਨ ਕਿ ਉਹਨਾਂ ਦੇ ਇਮੀਡੀਏਟਲੀ ਸਟ੍ਰੈਸ ਰੇਟ ਵੀ ਘਟਿਆ ਦਿਸਿਆ ਤੇ ਤੁਸੀਂ ਲੌਂਗੇਵਿਟੀ ਆਫ ਲਾਈਫ, ਦੁਨੀਆ 'ਚ ਦੇਖੋ ਜਾਪਾਨੀ ਤੇ ਚੀਨੀ ਕਹਿੰਦੇ ਨੇ ਸਭ ਤੋਂ ਲੰਬੀ ਉਮਰ ਭੋਗ ਰਹੇ ਨੇ, ਬਿਮਾਰੀ ਰਹਿਤ। ਤੇ ਉਹ ਕੰਪਲਸਰੀ ਦੇਖਿਆ ਗਿਆ ਕਿ ਜਿਹੜੇ ਬੰਦੇ ਸੈਟਰਡੇ ਸੰਡੇਜ਼ ਆਫ ਲੈ ਰਹੇ ਸਨ, ਸਭ ਦੀ ਲੰਬੀ ਉਮਰ ਵੀ ਹੋਈ, ਬਿਮਾਰੀ ਰਹਿਤ ਵੀ ਹੋਏ। ਤੇ ਪਤਾ ਜੇ ਐਪਲ ਤੇ ਗੂਗਲ ਨੇ ਕੀ ਕੀਤਾ, ਇਹ ਖੋਜ ਤੋਂ ਬਾਅਦ ਉਹਨਾਂ ਨੇ ਕੰਪਲਸਰੀ ਕਰ ਦਿੱਤਾ ਕਿ ਸਾਡੇ ਵਰਕਰਸ ਜਿਹੜੇ ਨੇ ਉਹ ਹਰ ਹਾਲ ਵਿੱਚ ਮੈਡੀਟੇਸ਼ਨ ਕਰਨਗੇ, 2 ਦਿਨ ਆਉਣਗੇ, ਸੈਟਰਡੇ ਸੰਡੇਜ਼ ਕੰਮ ਨਹੀਂ, ਮੈਡੀਟੇਸ਼ਨ ਕਰੋ, ਗੇਮਸ ਖੇਡੋ, ਸਪੋਰਟਸ ਕਰੋ, ਇਹ ਕਰੋ, ਇੰਜੋਏ ਕਰੋ। ਉਸ ਦੇ ਨਾਲ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਅਗਲੇ 5 ਦਿਨਾਂ 'ਚ ਕੰਮ ਕਰਨ ਦੀ ਕੈਪੈਸਿਟੀ 3 ਗੁਣਾ ਵੱਧ ਹੋਈ ਪਈ ਸੀ। ਮੈਨੂੰ ਲੱਗਦਾ ਕਿ ਅੱਜ ਦਾ ਟੌਪਿਕ ਤੁਹਾਡੇ ਲਈ ਵੀ ਖਾਸ ਹੈ ਤੇ ਮੇਰੇ ਲਈ ਵੀ ਖਾਸ ਹੈ, ਕਿਉਂਕਿ ਮੀਡੀਆ ਵਾਲਾ ਸਾਡਾ ਵੀ ਇਦਾਂ ਹੀ ਹੁੰਦਾ, ਰੁਝੇਵੇ ਦੇ ਵਿੱਚ ਐਤਵਾਰ ਵੀ ਨਹੀਂ, ਕਈ ਵਾਰ ਲੱਗ ਜਾਂਦਾ, ਛੁੱਟੀ ਵੀ ਨਹੀਂ ਮਿਲਦੀ। ਤਾਂ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਜੇ ਮੰਨ ਲਓ ਛੁੱਟੀ ਮਿਲ ਗਈ, 1 ਦਿਨ ਦੀ ਛੁੱਟੀ ਮਿਲ ਗਈ ਮੰਨ ਲਓ, ਤੇ ਉਸ ਛੁੱਟੀ ਨੂੰ ਇੰਜੋਏ ਕਿੱਦਾਂ ਕਰਨਾ ਚਾਹੀਦਾ, 1 ਦਿਨ ਨੂੰ ਕਿੱਦਾਂ ਜਿਉਣਾ ਚਾਹੀਦਾ ਤੁਹਾਡੇ ਮੁਤਾਬਿਕ? ਹੁਣ ਮੈਂ ਤੁਹਾਨੂੰ ਉਸੇ ਤੇ ਹੀ ਆਉਣ ਲੱਗੀ ਸੀ ਕਿ ਬਹੁਤ ਸਾਰੇ ਸਨ ਏਰੀਆਜ਼ ਜਿੱਥੇ ਉਹਨਾਂ ਨੇ ਦੇਖਿਆ ਕਿ 2 ਦਿਨ ਦੀ ਛੁੱਟੀ ਨਹੀਂ ਮਿਲਦੀ, ਕੁਛ ਵੀ ਮਰਜ਼ੀ ਕਰ ਲਓ, ਇੱਕੋ ਹੀ ਦਿਨ ਮਿਲ ਰਿਹਾ। ਹੁਣ ਉਸ 1 ਦਿਨ ਨੂੰ ਕਿਵੇਂ ਰੱਜ ਕੇ ਜੀ ਲਈਏ, ਜ਼ਿੰਦਗੀ ਜੀਵੀਏ, ਜਿਹਦਾ ਮਤਲਬ ਹੈ ਤੁਸੀਂ 20 ਸਾਲ ਉਮਰ ਲੰਬੀ ਕਰਨੀ। ਜੇ ਮੈਂ ਤੁਹਾਨੂੰ ਇਸ ਕਰਕੇ ਦੱਸ ਰਹੀ ਹਾਂ ਕਿ ਸਾਡੇ ਕੋਲ ਯੰਗ ਡੈਥਸ ਬਹੁਤ ਜ਼ਿਆਦਾ ਹੋਣ ਲੱਗ ਗਈਆਂ। ਤੁਸੀਂ ਫਿਲਮੀ ਭਾਵੇਂ ਹੀਰੋਇਨ ਜਾਂ ਹੀਰੋਜ਼ ਵੱਲ ਦੇਖ ਲਓ, ਜਿਹੜੇ ਕਿ ਕੰਮ ਦੇ ਓਵਰਲੋਡ ਕਾਰਨ ਹੌਲੀ ਹੌਲੀ ਡਰੱਗਸ ਵੱਲ,
ਜਾਂ ਟੈਂਦੀ ਕਲਾ ਵੱਲ, ਜਾਂ ਸਾਡੇ ਕੋਲ ਇਸ ਵੇਲੇ ਰੇਟਸ ਆਫ ਜੋ ਯੰਗ ਬੱਚਿਆਂ ਦੇ ਸੁਇਸਾਈਡਲ ਜੋ ਟੈਂਡੈਂਸੀਜ਼ ਵੱਧ ਰਹੀਆਂ ਨੇ, ਕਿ ਮਾਪੇ ਕਹਿੰਦੇ ਨੇ ਸਿਰ ਵੀ ਕਿਉਂ ਚੱਕ ਲਿਆ, ਪੜ੍ਹ ਹੋਰ ਪੜ੍ਹ, ਉਹ ਫਲਾਣੇ ਨਾਲ ਦੇ ਕਮਰੇ 'ਚ ਦੇਖ ਲਾਈਟ ਜਗ ਰਹੀ, ਉਹ ਅਜੇ ਵੀ ਪੜ੍ਹ ਰਿਹਾ ਨਾਲ ਦੇ ਘਰ ਵਿੱਚ, ਤੂੰ ਕਿਵੇਂ ਉੱਠ ਗਿਆ। ਯਾਨੀ ਅਸੀਂ ਓਵਰਲੋਡ ਕਰ ਦਿੱਤਾ ਬੱਚਿਆਂ ਨੂੰ ਕਿ ਪੜ੍ਹੀ ਜਾਓ, ਹਿੱਲਣਾ ਹੀ ਨਹੀਂ। ਉਹ ਗੇਮਸ ਵਾਲਾ ਪਾਰਟ ਨੈਗੇਟਿਵ ਕਰ ਦਿੱਤਾ। ਸੋ ਉਹ ਚੀਜ਼ ਸਾਡੇ ਬੱਚਿਆਂ ਨੂੰ, ਜੋ ਪਿਛਲੇ ਸਾਲ ਸਾਡੇ ਰੇਟਸ ਦਿਖ ਰਹੇ ਨੇ 3 ਟਾਈਮਸ ਇਨਕਰੀਜ਼ ਹੋਏ ਨੇ ਸਾਡੇ ਯੂਥ ਵਿੱਚ ਜਿਹੜੇ ਖੁਦਕੁਸ਼ੀ ਕਰ ਰਹੇ ਨੇ। ਬਿਲਕੁਲ ਇਸੇ ਤਰ੍ਹਾਂ ਸਾਡੇ ਬਹੁਤ ਸਾਰੇ ਵੀਰ ਭੈਣ ਜੋ NRI ਬਣ ਚੁੱਕੇ, ਕਿਉਂਕਿ ਉਹ ਕੰਮ ਦਾ ਸਿਸਟਮ ਉਹੀ ਹੈ ਕਿ ਅਸੀਂ ਸਨਿਚਰ ਐ ਥੋੜ੍ਹਾ ਵੱਧ ਕਮਾ ਲਈਏ, ਤਾਂ ਉਹ ਬਲਕਿ ਜ਼ਿੰਦਗੀ 20 ਸਾਲ ਛੋਟੀ ਹੋਈ ਜਾ ਰਹੀ ਹੈ, ਕਿਉਂਕਿ ਉਹ ਤੁਹਾਨੂੰ ਸਟਰੈਸ ਛੇਤੀ ਸਾਡੀ ਯੰਗ ਡੈਥਸ ਵੱਲ ਜਾ ਰਿਹਾ। ਹਾਰਟ ਅਟੈਕਸ ਚੰਗੇ ਭਲੇ ਜੀ ਅਸੀਂ ਨੋਰਮਲ ਆ, ਕੁਝ ਵੀ ਨਹੀਂ, ਪਰ ਉਹ ਜੋ ਸਾਡਾ ਤਣਾਅ ਹੌਲੀ ਹੌਲੀ ਅੰਦਰੋਂ ਸਾਨੂੰ ਛਿੱਲਦਾ ਜਾਂਦਾ, ਸਿਉਂਕ ਵਾਂਗ ਖਾ ਜਾਂਦਾ, ਉਹ ਸਾਨੂੰ ਅੰਦਾਜ਼ਾ ਹੀ ਨਹੀਂ ਹੁੰਦਾ। ਸੋ ਇਹ ਯੰਗ ਡੈਥਸ ਤੇ ਖਾਸ ਕਰ ਖੁਦਕੁਸ਼ੀਆਂ ਨੂੰ ਰੋਕਣ ਲਈ ਇੱਕ ਦਿਨ ਜੇ ਸਾਡੇ ਕੋਲ ਹੈ, ਤਾਂ ਉਹਦੇ ਵਿੱਚ 2-3 ਚੀਜ਼ਾਂ ਧਿਆਨ ਰੱਖਣ ਦੀ ਗੱਲ ਹੈ ਕਿ ਅਸੀਂ ਫੋਨਸ ਸਵਿਚ ਆਫ ਕਰ ਦਈਏ। ਹੈ ਨਹੀਂ ਸਾਡੇ ਕੋਲ, ਇੱਕ ਦਿਨ ਅਸੀਂ ਨਹੀਂ ਹਾਂ ਫੋਨ ਤੇ ਅਵੇਲੇਬਲ, ਨਹੀਂ ਹਾਂ ਇੰਟਰਨੈਟ ਤੇ ਅਵੇਲੇਬਲ, ਨਹੀਂ ਹਾਂ, ਪਰ ਉਸ ਦਿਨ ਤੁਸੀਂ ਰੱਜ ਕੇ ਯਾਨੀ ਲਾਈਫ ਇੰਜੋਏ ਕਰਨ ਦਾ ਮਤਲਬ ਹੈ ਤੁਹਾਨੂੰ ਜੋ ਚੀਜ਼ ਪਸੰਦ ਹੈ, ਤੁਹਾਨੂੰ ਹੋ ਸਕਦਾ ਕਿਤਾਬਾਂ ਪੜ੍ਹਨੀਆਂ ਪਸੰਦ ਨੇ, ਤੁਹਾਨੂੰ ਕਵਿਤਾ ਲਿਖਣੀ ਪਸੰਦ ਹੈ, ਤੁਹਾਨੂੰ ਬਾਹਰ ਘੁੰਮਣਾ ਪਸੰਦ ਹੈ, ਕੋਈ ਤੁਹਾਡੀ ਸਪੋਰਟਸ ਤੁਹਾਨੂੰ ਜ਼ਿਆਦਾ ਅੱਛੀ ਲੱਗਦੀ ਹੈ, ਜਾਂ ਤੁਹਾਨੂੰ ਐਕਸਰਸਾਈਜ਼, ਮੈਂ ਅੱਜ ਰਨਿੰਗ ਕਰਕੇ ਆਉਣੀ ਹੈ, ਸਵਿਮਿੰਗ ਕਰਨੀ ਹੈ, ਅੱਜ ਮੈਂ ਸਾਈਕਲਿੰਗ ਕਰਕੇ ਆਵਾਂਗਾ 30 ਕਿਲੋਮੀਟਰ ਲੰਬੀ, ਜਾਂ ਇਹੋ ਜਿਹਾ ਕੋਈ ਸਰਕਲ, ਜਾਂ ਮੈਂ ਫਰੈਂਡਸ ਨਾਲ ਮਿਲਾਂਗਾ, ਜਾਂ ਅੱਜ ਮੈਂ 1 ਘੰਟਾ ਹਾਸੇ ਦਾ ਪ੍ਰੋਗਰਾਮ ਦੇਖਣਾ। ਇਹ ਸਟ੍ਰੈਸ ਬਸਟਰਸ ਨੇ ਜਿਨ੍ਹਾਂ ਵਿੱਚ ਤੁਸੀਂ, ਅੱਜ ਮੈਂ ਗੋਡੀ ਕਰਨੀ ਹੈ ਜੀ, ਸਾਰੇ ਘਰ ਵਿੱਚ ਮੈਂ ਗਮਲੇ ਠੀਕ ਕਰਨੇ, 4-5 ਘੰਟੇ ਦਾ ਕੰਮ ਹੈ, ਮੈਂ ਉਹ ਕਰਨਾ, ਜਾਂ ਮੈਂ ਕੋਈ ਅੱਜ ਨੋਵਲ ਅੱਛਾ ਮੈਨੂੰ ਦਿਲ ਕਰਦਾ ਮੈਂ ਉਹ ਸਾਰਾ ਪੜ੍ਹਨਾ। ਸੋ ਇਸ ਤਰੀਕੇ ਤੁਸੀਂ ਆਪਣੀ ਨੋਰਮਲ ਰੂਟੀਨ ਤੋਂ ਵੱਖ ਜੋ ਚੀਜ਼ ਕਰਨੀ ਹੋਏਗੀ ਉਹ ਜ਼ਰੂਰੀ ਜੇ। ਤੇ ਉਸ ਦਿਨ ਅਸੀਂ ਕਹਿੰਦੇ ਹਾਂ ਵੀ ਜਿਹੜੀ ਤੁਹਾਨੂੰ ਖਾਣ ਦੀ ਚੀਜ਼ ਪਸੰਦ ਹੈ, ਮੈਨੂੰ ਆਈਸਕ੍ਰੀਮ ਪਸੰਦ ਹੈ, ਮੈਂ ਮੋਟੇ ਨਾ ਹੋ ਜਾਵਾਂ, ਨੂੰ ਛੱਡ ਦਿਓ, ਕੋਈ ਗੱਲ ਨਹੀਂ, ਇੱਕ ਦਿਨ 'ਚ ਨਹੀਂ ਹੋਣਾ। ਉਹ ਦਿਨ ਹੈ ਜਦੋਂ ਤੁਸੀਂ ਹਰ ਜੋ ਤੁਹਾਡਾ ਦਿਲ ਕਰਦਾ, ਤੁਹਾਨੂੰ ਪਸੰਦ ਹੈ, ਉਹ ਜ਼ਰੂਰ ਕਰੋ। ਉਹ ਚੀਜ਼ ਇੱਕ ਦਿਨ ਦੀ ਜੋ ਤੁਸੀਂ ਜ਼ਿੰਦਗੀ ਜੀਂਦੇ ਹੋ, ਯਾਨੀ ਤੁਸੀਂ ਜੇ 12 ਘੰਟੇ ਆਪਾਂ ਜੇ ਕਹਿੰਦੇ ਹਾਂ ਕਿ ਅਸੀਂ ਦਿਨ ਦਾ ਕੰਮ ਕਰਨਾ, ਉਹ ਵਾਲਾ ਜੋ ਕਰਦੇ ਰਹੇ ਹਾਂ, ਤਾਂ ਇਹ 12 ਘੰਟੇ ਸਾਡੇ ਆਪਣੇ ਨੇ, ਜਿਹਦੇ ਵਿੱਚ ਅਸੀਂ ਸਿਰਫ ਇੱਕ ਦਿਨ ਫੋਨ ਨਹੀਂ ਲੈਣੇ। ਅਸੀਂ ਅੱਜ ਦਾ ਦਿਨ ਅਸੀਂ ਖਬਰਾਂ ਨਹੀਂ ਮਾੜੀਆਂ ਸੁਣਨੀਆਂ ਵੀ ਸਾਡਾ ਸਟ੍ਰੈਸ ਲੈਵਲ ਵਧੇ, ਸਾਡੀ ਧੜਕਣ ਵੱਧ ਜਾਏ। ਇੱਕ ਦਿਨ, ਸਿਰਫ ਇੱਕ ਦਿਨ ਜੇ ਅਸੀਂ ਇਹ ਚੀਜ਼ ਕਰ ਸਕੀਏ, ਪਤਾ ਜੇ ਜ਼ਿੰਦਗੀ ਕਿੰਨੀ ਲੰਬੀ ਹੁੰਦੀ ਜੇ, ਅਪ ਟੂ 20 ਈਅਰਸ। ਇਹ ਪ੍ਰੂਵਨ ਫੈਕਟਸ ਨੇ ਕਿ ਸਾਡੇ ਸੈੱਲਾਂ ਦੀ ਟੁੱਟ ਫੁੱਟ ਘਟਦੀ ਹੈ, ਸਾਡਾ ਇਮਿਊਨ ਸਿਸਟਮ ਰਵਾਂ ਹੁੰਦਾ, ਸਾਡਾ ਬਲੱਡ ਪ੍ਰੈਸ਼ਰ ਘਟਦਾ ਹੈ, ਸਾਡਾ ਹਾਰਟ ਰੇਟ ਨੋਰਮਲ ਹੁੰਦਾ, ਅਤੇ ਅਸੀਂ ਖੁਸ਼ੀ ਨਾਲ ਜੋ ਭਰ ਜਾਂਦੇ ਹਾਂ, ਸਾਡੀ ਉਹ ਦਿਮਾਗ ਦਾ ਜੋ ਸੈਂਟਰ ਮਾੜੇ ਸੁਨੇਹੇ ਭੇਜਣ ਵਾਲਾ ਉਹ ਸੁਸਤ ਪੈ ਜਾਂਦਾ, ਸੌਂ ਜਾਂਦਾ। ਦਾ ਮਤਲਬ ਹੈ ਅਸੀਂ ਅਗਲੇ ਜਦੋਂ ਵਾਪਸ 6 ਦਿਨ ਕੰਮ ਕਰਨ ਜਾਣਾ ਤਾਂ ਦੁੱਗਣੀ ਤਾਕਤ, ਦੁੱਗਣੀ ਐਨਰਜੀ ਤੇ ਨਾਲੇ ਰੋਗ ਰਹਿਤ ਵੀ ਅਸੀਂ ਕਰ ਸਕਾਂਗੇ। ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਫੋਨ ਵਾਲੀ ਗੱਲ ਕਹੀ ਉਹਦੇ ਨਾਲ ਬਹੁਤ ਸਾਰੇ ਲੋਕ ਵਾਹ ਵਾਸਤਾ ਨਾ ਰੱਖਣ, ਵੀ ਬਾਕੀ ਤਾਂ ਚਲੋ ਗੱਲਾਂ ਠੀਕ ਸੀਗੀ, ਆ ਫੋਨ ਛੱਡਣ ਵਾਲੀ ਗੱਲ ਇਹ ਨਹੀਂ ਸਹੀ ਲੱਗੀ। ਪਰ ਉਹ ਕੰਪਲਸਰੀ ਜੇ, ਕਿਉਂਕਿ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਉਹੀ ਸਟ੍ਰੈਸ ਲੈਵਲਸ ਰੱਖਦੇ ਹੋ ਉਸ ਦਿਨ ਵੀ, ਤਾਂ ਫਿਰ ਉਹ ਤੁਹਾਡੇ ਤੇ ਪੋਜ਼ਿਟਿਵ ਇਫੈਕਟਸ ਨਹੀਂ ਦਿਸਦੇ, ਕਿਉਂਕਿ ਇਹ ਚੀਜ਼ਾਂ ਸਾਈਲੈਂਟ ਕਰਕੇ ਵੀ ਫੋਨ ਕਾਲਸ ਰੱਖੀਆਂ ਗਈਆਂ ਨੇ। ਪਰ ਇਹ ਦੇਖਣ ਵਿੱਚ ਆਇਆ ਕਿ ਬੰਦਾ ਥੋੜ੍ਹੀ ਕੁ ਦੇਰ ਬਾਅਦ ਸਿਰ ਘੁਮਾਉਂਦਾ, ਕੁਛ ਆਇਆ ਤਾਂ ਨਹੀਂ ਮੈਸੇਜ, ਕੋਈ ਮੈਂ ਦੇਖਾਂ ਕਿਤੇ ਅੱਜ ਕੋਈ ਯਾਨੀ ਆਦਤ ਜੀ ਬਣ ਗਈ ਜੀ, ਆਦਤ ਜੋ ਬਣ ਗਈ, ਉਹ ਤੁਹਾਡੀ ਸਟ੍ਰੈਸ ਲੈਵਲ ਡਾਊਨ ਨਹੀਂ ਹੋਣ ਦਿੰਦਾ। ਸੋ ਇਹ ਕੰਪਲਸਰੀ ਹੈ ਕਿ ਤੁਹਾਨੂੰ ਫੋਨ ਸਵਿਚ ਆਫ ਕਰਨੇ ਹੀ ਪੈਣੇ ਆ ਉਸ ਇੱਕ ਦਿਨ, ਕਿ ਇੱਕ ਦਿਨ ਸਿਰਫ ਮੈਂ ਇਹ ਹੁਣ ਇਸ ਟਾਈਮ ਤੋਂ ਇਸ ਟਾਈਮ ਤੱਕ 8 ਘੰਟੇ ਹੀ ਸਹੀ ਮੇਰਾ ਫੋਨ ਨਹੀਂ ਚੱਲਣਾ। ਮੈਂ ਉਸ ਦਿਨ ਕੋਈ ਆਪਣੇ ਨਾ YouTube ਦੇਖਣੀ ਹੈ, ਨਾ ਮੈਂ ਕੋਈ ਆਪਣੀ ਟੈਕਸਟ ਮੈਸੇਜਿਸ ਪੜ੍ਹਨੇ ਨੇ, ਅੱਜ ਦਾ ਇੱਕ ਦਾ ਦਿਨ ਮਾਫੀ। ਪਰ ਉਸ ਟਾਈਮ ਦੌਰਾਨ ਜਿਵੇਂ ਮੈਂ ਕਿਹਾ, ਜੇ ਤੁਸੀਂ ਸਟ੍ਰੈਸ ਬਸਟਰ ਨਹੀਂ ਕਰਦੇ, ਭਾਵੇਂ ਉਸ 'ਚ ਤੁਸੀਂ ਮੈਡੀਟੇਸ਼ਨ ਜੋ ਤੁਸੀਂ ਕਰ ਸਕਦੇ ਹੋ 2-3 ਘੰਟੇ ਲਾ ਕੇ, ਜਾਂ ਕੋਈ ਤਗੜੀ ਕਸਰਤ,
ਜਿਹਦੇ ਵਿੱਚ ਮੈਂ ਦੱਸਿਆ ਲੌਂਗ ਜਿਵੇਂ ਡਰਾਈਵਸ ਤੇ ਤੁਸੀਂ ਸਾਈਕਲਿੰਗ ਕਰ ਰਹੇ ਹੋ, ਅੱਜ 30 ਕਿਲੋਮੀਟਰ ਸਾਈਕਲਿੰਗ ਕਰਕੇ ਆਇਆ, ਜਾਂ ਸਵਿਮਿੰਗ ਤੁਸੀਂ ਕਰਕੇ, ਕੋਈ ਗੇਮ ਵੀਕਲੀ ਤੁਸੀਂ ਰੱਖੀ ਹੈ ਕਿ ਜਿਸ 'ਚ 3-4 ਘੰਟੇ ਥੱਕ ਟੁੱਟ ਕੇ ਤੁਸੀਂ ਉਹ ਗੇਮ ਖੇਡੀਏ। ਸੋ ਇਸ ਤਰੀਕੇ ਦੀ ਬਾਡੀ ਨੂੰ ਐਡਜਸਟ ਕਰਨਾ ਪੈਂਦਾ ਹੈ, ਜਿਹਦੇ ਵਿੱਚ ਤੁਸੀਂ ਜਾਂ ਜਿਵੇਂ ਮੈਂ ਕਿਹਾ ਤੁਸੀਂ ਗੋਡੀ ਕਰਨ ਲੱਗ ਗਏ ਹੋ, ਰਿਲੈਕਸਿੰਗ ਬਹੁਤ ਜ਼ਿਆਦਾ ਹੈ। ਤੁਸੀਂ ਆਪਣੇ ਪੈਟ ਨੂੰ ਲੈ ਕੇ ਚਲੇ ਗਏ ਹੋ, ਅੱਜ ਮੈਂ ਇਹਦਾ ਕਰਾ ਕੇ ਆਣੀ ਹੈ ਚੈਕਿੰਗ, ਆਪਣੇ ਕੁੱਤੇ ਦਾ ਪੂਰਾ ਅਪ ਟੂ ਡੇਟ ਕਰਾ ਕੇ ਲਿਆ ਰਿਹਾ ਇਹਨੂੰ ਅੱਜ ਸਾਰਾ ਕੁਛ, ਉਸ ਤਰੀਕੇ। ਜਾਂ ਆਪਣੀ ਗਰੂਮਿੰਗ, ਵੀ ਮੈਂ ਅੱਜ ਮਿਸਾਲ ਵਜੋਂ ਆਪਾਂ ਲਈ ਤੇ ਇਹੀ ਬੜਾ ਵੱਡਾ ਕੰਮ ਹੁੰਦਾ ਸਿਰ ਨਹਾਉਣਾ ਸੋ ਬਈ ਅੱਜ ਸਿਰ ਨਹਾ ਕੇ ਰਿਲੈਕਸ ਕਰ ਰਿਹਾ ਬਾਹਰ, ਜਿੱਥੇ ਮੈਨੂੰ ਹੁਣ ਛੇੜਿਓ ਨਾ, ਮੈਂ ਮਜ਼ੇ ਨਾਲ ਬੈਠਾ ਕਿਤਾਬ ਪੜ੍ਹ ਰਿਹਾ, ਜਾਂ ਮਜ਼ੇ ਨਾਲ ਮੈਂ ਕੁਛ ਲਿਖ ਰਿਹਾ, ਜਾਂ ਮੈਂ ਕੁਝ ਪੁਰਾਣੀਆਂ ਚੀਜ਼ਾਂ ਯਾਦ ਕਰ ਰਿਹਾ ਦੋਸਤਾਂ ਨਾਲ, ਪੁਰਾਣਿਆਂ ਨਾਲ ਮੈਂ ਆਪਣੀ ਵੀਡੀਓ ਕਾਲ ਕਰ ਰਿਹਾ। ਇਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਐਡਜਸਟ ਜੇ ਕਰ ਸਕੋ ਤਾਂ ਇਹ ਖੋਜਾਂ ਦੱਸਦੀਆਂ ਨੇ ਕਿ ਸਾਡਾ ਲੌਂਗੇਵਿਟੀ ਆਫ ਲਾਈਫ ਇਹਦੇ ਉੱਤੇ ਡਿਪੈਂਡੈਂਟ ਹੈ, ਜੋ ਕਿ ਹੁਣ ਵੱਖੋ ਵੱਖਰੇ ਮੁਲਕਾਂ 'ਚ ਇੰਨੀਆਂ ਲੰਬੀਆਂ ਖੋਜਾਂ ਰਾਹੀਂ ਵੀ ਪਤਾ ਲੱਗ ਚੁੱਕਾ ਹੈ। ਤੇ ਜਿਸ 'ਚ ਜੇ ਅਸੀਂ ਔਟਿਜ਼ਮ ਤੱਕ ਦੇ ਮਰੀਜ਼ ਜਿਨ੍ਹਾਂ ਨੂੰ ਠੀਕ ਕਰ ਸਕਦੇ ਹਾਂ, ਜਾਂ ਜਿਹੜੇ ਸਟ੍ਰੈਸ ਰਿਲੇਟਡ ਜਾਂ ਪੈਨਿਕ ਅਟੈਕਸ, ਜਾਂ ਜਿਨ੍ਹਾਂ ਨੂੰ ਕੋਈ ਸਾਈਕੋਲੋਜੀਕਲ ਬਿਮਾਰੀ ਸ਼ੁਰੂ ਹੋ ਚੁੱਕੀ ਹੈ, ਜਾਂ ਜਿਹਨੂੰ ਘਬਰਾਹਟ ਵੀ ਫੋਨ ਵੱਜਿਆ ਤੁਸੀਂ ਦੇਖੋ ਧੜਕਣ ਇੱਕਦਮ ਤੇਜ਼ ਹੋਈ, ਕੀ ਹੋ ਗਿਆ, ਕਿੱਥੇ ਹੋਇਆ, ਕਿਵੇਂ ਹੋਇਆ। ਸੋ ਉਹ ਮੈਸੇਜਿੰਗ ਤੋਂ ਜਦੋਂ ਤੁਸੀਂ ਇੱਕ ਦਿਨ ਲਈ ਵੀ ਸਿਰਫ ਬਚ ਜਾਂਦੇ ਹੋ ਤਾਂ ਤੁਸੀਂ ਇੱਕ ਸਾਈਕੈਟ੍ਰਿਕ ਰੋਗ ਤੋਂ ਬਚਦੇ ਹੋ। ਨਹੀਂ ਤਾਂ ਤੁਸੀਂ ਕਦੇ ਧਿਆਨ ਗੌਰ ਕਰਿਓ, ਮੈਂ ਤੁਹਾਨੂੰ ਕੁਝ ਕੁ ਪੁਆਇੰਟਸ ਦੱਸਦੀ ਹਾਂ ਜਿਹੜੇ ਤੁਹਾਨੂੰ ਦੱਸ ਰਹੇ ਨੇ, ਤੁਸੀਂ ਅੰਡਰ ਸਟ੍ਰੈਸ ਵੀ ਹੋ, ਤੁਹਾਨੂੰ ਬਿਮਾਰੀ ਸ਼ੁਰੂ ਵੀ ਹੋ ਰਹੀ ਜੇ। ਮਿਸਾਲ ਵਜੋਂ ਇੱਕ ਚੀਜ਼, ਸੁੱਤੇ ਉੱਠਦੇ ਸਾਰ ਕੀ ਸਭ ਤੋਂ ਪਹਿਲਾ ਹੱਥ ਮੋਬਾਈਲ ਵੱਲ ਤਾਂ ਨਹੀਂ ਜਾ ਰਿਹਾ? ਕੀ ਸੀ ਮੈਸੇਜ ਕੋਈ ਮਿਸ ਤਾਂ ਨਹੀਂ ਹੋਇਆ? ਇਹ ਸਮਝ ਲਓ ਕਿ ਤੁਹਾਡੇ ਤੇ ਇਹ ਬਿਮਾਰੀ ਦਾ ਅਸਰ ਹੋਣਾ ਸ਼ੁਰੂ ਹੋ ਚੁੱਕਿਆ, ਜੋ ਕਿ ਸਾਨੂੰ ਆਈਡੀਆ ਵੀ ਨਹੀਂ ਹੁੰਦਾ ਕਿ ਸੁੱਤੇ ਉੱਠਦੇ ਪਹਿਲੀ ਚੀਜ਼ ਉਹਨੂੰ ਫੜਨ ਦਾ ਕੀ ਮਤਲਬ ਜੀ। ਸਾਡਾ ਦਿਮਾਗ ਉਸ ਤਰੀਕੇ ਟ੍ਰੇਨ ਹੋ ਗਿਆ ਕਿ ਇਹ ਮੈਂ ਕੁਛ ਮਿਸ ਤਾਂ ਨਹੀਂ ਕਰ ਗਿਆ। ਤੁਸੀਂ ਵੇਖਿਓ ਬਹੁਤ ਸਾਰੇ ਲੋਕ ਫੇਸਬੁੱਕਾਂ ਤੇ ਲਿਖਣਗੇ, ਭਾਈ ਮੈਂ ਉੱਠਦੇ ਸਾਰ ਸਭ ਤੋਂ ਪਹਿਲੀ ਚੀਜ਼ ਦੇਖਿਆ, ਕਿੰਨੇ ਮੇਰੇ ਫੇਸਬੁੱਕ ਤੇ ਆਏ ਸੀ ਮੈਸੇजेस, ਮੈਂ ਸਭ ਦੇ ਜਵਾਬ ਦਿੱਤੇ, ਮੈਂ ਇੰਨੇ ਦਾ ਆਹ ਦੇਖਿਆ ਮੇਰੀ। ਯਾਨੀ ਉਹ ਦੇਖਣ ਦਾ ਮਤਲਬ ਅੱਛੀ ਚੀਜ਼ ਨਹੀਂ ਹੈ। ਤੁਸੀਂ ਇੱਕ ਅਡਿਕਸ਼ਨ ਦੇ ਵਿੱਚ ਜਾ ਰਹੇ ਹੋ, ਜਿਹਨੂੰ ਅਸੀਂ ਇੰਟਰਨੈਟ ਅਡਿਕਸ਼ਨ ਬਿਮਾਰੀ ਦਾ ਨਾਮ ਦੇ ਚੁੱਕੇ ਹੋਏ ਹਾਂ। ਸਿਮਿਲਰਲੀ ਤੁਸੀਂ ਜਿਵੇਂ ਲੇਟੇ ਮਿਸਡ ਕਾਲਾਂ, ਤਾਂ ਮੈਂ ਉਨੀ ਦੇਰ, ਜਾਂ ਮੈਂ ਇੱਕ ਪ੍ਰੋਗਰਾਮ ਕਰ ਰਿਹਾ ਸੀ, ਮੈਂ ਉਹਦੇ 'ਚ ਮਿਸਡ ਕਾਲਾਂ ਤਾਂ ਨਹੀਂ ਕੋਈ ਰਹਿ ਗਈਆਂ, ਮੈਂ ਫਟਾਫਟ ਦੇਖ ਲਵਾਂ। ਯਾਨੀ ਇਹ ਚੀਜ਼ ਸਾਨੂੰ ਅਡਿਕਸ਼ਨ ਵੱਲ ਲਿਜਾ ਰਹੀ ਹੈ। ਪਰ ਇਸੇ ਤੋਂ ਬਚਣ ਲਈ, ਇਸ ਤਰੀਕੇ ਦੇ ਰੋਗ ਤੋਂ ਬਚਣ ਲਈ, ਇੱਕ ਦਿਨ 8 ਹੀ ਘੰਟੇ ਕੋਈ ਬਹੁਤ ਵੱਡੀ ਗੱਲ ਨਹੀਂ ਕਿ ਸਾਡਾ ਬੰਦ ਹੈ 8 ਘੰਟੇ, ਅਸੀਂ ਹਾਂ ਨਹੀਂ ਇਸ ਦੁਨੀਆ 'ਚ ਤਾਂ ਮਰ ਖੱਪ ਵੀ ਗਏ ਹੁੰਦੇ, ਫੇਰ ਵੀ ਖਤਮ ਸੀ। ਪਰ ਉਹ 8 ਘੰਟੇ ਵੀ ਜੇ ਅਸੀਂ ਟ੍ਰੇਨ ਕਰਕੇ ਆਪਣੇ ਆਪ ਨੂੰ ਮੈਡੀਟੇਸ਼ਨ, ਜਾਂ ਜਿਵੇਂ ਮੈਂ ਦੱਸਿਆ ਜ਼ਿੰਦਗੀ ਜੀਣ ਵੱਲ ਲਾ ਦਈਏ, ਤਾਂ ਬਹੁਤ ਬਹੁਤ ਕਮਾਲ ਹੋ ਸਕਦਾ ਹੈ। ਇੱਕ ਮੇਰਾ ਸਵਾਲ ਇਹ ਹੈ ਕਿ ਜਿਹੜੇ ਕੰਮਾਂ ਕਾਰਾਂ ਤੇ ਜਾਂਦੇ ਨੇ ਉਹ ਤਾਂ ਚਲੋ ਛੁੱਟੀ ਲੈ ਲੈਣ, ਪਰ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਘਰੇ ਕੰਮ ਕਰਦੀਆਂ ਨੇ, ਰੋਜ਼ ਦਾ ਰੂਟੀਨ ਉਹੀ ਹੈ, ਉਹ ਕਿੱਥੇ ਕੁ ਜਾਣ, ਉਹ ਕਿਹੜੇ 8 ਘੰਟੇ ਜਿਉਣ, ਉਹਨਾਂ ਲਈ ਤੁਸੀਂ ਕੀ ਕਹੋਗੇ? ਬਿਲਕੁਲ, ਮੈਂ ਆਪ ਔਰਤ ਹੁੰਦਿਆਂ, ਆਪ ਵਰਕਿੰਗ ਵੂਮਨ ਹੁੰਦਿਆਂ, ਤੇ ਮੈਂ ਖਾਣਾ ਹਮੇਸ਼ਾ ਆਪ ਹੀ ਬਣਾਇਆ, ਚੰਗਾ ਮਾੜਾ ਕਦੇ ਟੇਸਟ ਕਰ ਲਿਓ। ਪਰ ਉਹ ਮੈਂ ਸਮਝ ਸਕਦੀ ਹਾਂ ਕਿ ਕਿਵੇਂ ਉਸ ਚੀਜ਼ 'ਚ ਰਿਲੈਕਸੇਸ਼ਨ ਆਏ। ਹੁਣ ਮੈਂ ਤੈਨੂੰ ਉਹੀ ਢੰਗ ਦੱਸਦੀ ਹਾਂ ਬਤੌਰ ਇੱਕ ਆਪ ਡਾਕਟਰ ਹੁੰਦਿਆਂ, ਕਿਉਂਕਿ ਜਦੋਂ ਮੈਂ ਇਹ ਖੋਜ ਪੜ੍ਹੀ ਸੀ, ਹਾਲਾਂਕਿ ਇਹ 3 ਮਹੀਨੇ ਹੋ ਗਏ ਨੇ, ਤੇ ਮੈਨੂੰ ਲੱਗਿਆ ਵੀ ਕਦੇ ਅਸੀਂ ਤਾਂ ਆਪ ਇਸ ਤਰ੍ਹਾਂ ਦਾ ਸੋਚਿਆ ਨਹੀਂ ਸੀ, ਪਰ ਜੇ ਇੰਨੀ ਜਲਦੀ ਮੌਤ ਵੱਲ ਜਾ ਰਹੇ ਹਾਂ ਤਾਂ ਕੁਝ ਨਾ ਕੁਝ ਤਾਂ ਕਰਨਾ ਚਾਹੀਦਾ। ਸੋ ਪਹਿਲੀ ਚੀਜ਼ ਇਹ ਕੀਤੀ ਕਿ ਐਤਵਾਰ 12 ਵਜੇ ਤੋਂ ਬਾਅਦ ਅਸੀਂ ਉਹਨੂੰ ਕਰ ਦਈਦਾ, ਤੂੰ ਡੈਡ ਹੈ ਫੋਨ। ਪਹਿਲੀ ਚੀਜ਼ ਤਾਂ ਇਹ ਛੱਡੀ ਕਿ ਫੋਨ ਤੋਂ ਅਸੀਂ ਉਹ ਸਟ੍ਰੈਸ ਨਹੀਂ ਲੈਣਾ ਹੈ। ਨਹੀਂ, ਜਿੰਨੇ ਮਰਜ਼ੀ ਜਿਨ੍ਹਾਂ ਨੇ ਨਾਰਾਜ਼ ਹੋਣਾ ਹੋ ਜਾਓ, ਇਹ ਨਹੀਂ ਅਵੇਲੇਬਲ ਨਹੀਂ ਹਾਂ। ਇੱਕ ਚੀਜ਼ ਤਾਂ ਇਹ ਜੋ ਘਰ 'ਚ ਬੈਠੀਆਂ ਔਰਤਾਂ ਵੀ, ਸਾਡੀਆਂ ਮੇਰੀਆਂ ਭੈਣਾਂ ਜਾਂ ਮੇਰੀਆਂ ਵੱਡੀਆਂ ਬਜ਼ੁਰਗ ਨੇ ਜੋ, ਉਹ ਕਰ ਸਕਦੀਆਂ ਨੇ। ਪਹਿਲੀ ਚੀਜ਼, ਵੀਕਲੀ ਇੱਕ ਦਿਨ ਜ਼ਰੂਰ ਉਹਨਾਂ ਨੂੰ ਕਹੋ ਫੋਨ ਆਫ ਕਰੋ। ਉਸ ਇੱਕ ਦਿਨ ਭਾਵੇਂ ਉਹ ਮੈਂ ਦੱਸਿਆ ਵੀ 8 ਹੀ ਘੰਟੇ ਬਹੁਤ ਨੇ ਸਾਡੇ ਲਈ ਰਿਕੂਪ ਕਰਨ ਲਈ, ਤਾਂ ਇੱਕ ਦਿਨ ਐਟਲੀਸਟ ਉਹ ਆਫ ਕਿਚਨ ਹੋ ਸਕਦੀਆਂ ਨੇ। ਕੋਈ ਇਹੋ ਜਿਹੀ ਗੱਲ ਨਹੀਂ ਕਿ ਅੱਜ ਅਸੀਂ
ਕੁਝ ਵੀ ਨਹੀਂ, ਫੋਨ ਘਰ ਹੈ ਤੇ ਅਸੀਂ ਚੱਲੇ ਹਾਂ ਅੱਜ ਸ਼ਾਪਿੰਗ ਕਰਨ, ਜਾਂ ਅੱਜ ਸਹੇਲੀਆਂ ਘੁੰਮਣ ਚੱਲੀਆਂ, ਜਾਂ ਅੱਜ ਅਸੀਂ ਕਿੱਟੀ ਪਾਰਟੀ ਤੇ ਨਿਕਲੀਆਂ, ਜਾਂ ਅੱਜ ਅਸੀਂ ਜਿਵੇਂ ਮੈਂ ਦੱਸਿਆ ਪੈਟ ਲੈ ਕੇ ਜਾ ਰਹੀ ਹਾਂ, ਜਾਂ ਜੋ ਅਸੀਂ ਜਿਵੇਂ ਹੁਣ ਤਾਂ ਸਵਿਮਿੰਗ ਸਰਦੀਆਂ ਆ ਗਈਆਂ ਨਹੀਂ, ਪਰ ਰੱਖੀ ਦਾ ਸੀ ਯੂਜੂਲੀ ਕਿ ਲੰਬੀ ਸਾਈਕਲਿੰਗ ਕਰਕੇ ਆਓ ਉਦਣ, ਜਾਂ ਕੁਛ ਇਸ ਤਰ੍ਹਾਂ। ਯਾਨੀ ਉਹ ਇੱਕ ਦਿਨ ਦੇ 8 ਘੰਟੇ ਵੀ ਜੇ ਉਹ ਇੱਕ ਵਾਰ ਕਿਚਨ ਆਫ ਹੈ ਜੀ, ਅੱਜ ਤਾਂ ਆਪੇ ਸੰਭੋ, ਬਣਾਓ ਨਹੀਂ ਬਾਹਰੋਂ ਮੰਗਾਓ, ਪਰ ਇਹ ਸਾਡਾ ਆਫ ਡੇ ਹੈ। ਸੋ ਮੈਂ ਸੱਚ ਕਹਿ ਰਹੀ ਹਾਂ ਉਹਨਾਂ ਸਾਰੀਆਂ ਨੂੰ, ਆਪਣੀਆਂ ਨਾਲ ਦਿਆਂ ਨੂੰ ਵੀ, ਬਜ਼ੁਰਗਾਂ ਨੂੰ ਵੀ, ਕਿ ਤੁਸੀਂ ਜ਼ਿੰਦਗੀ 'ਚ ਸਿਰਫ 2 ਹੀ ਹਫ਼ਤੇ ਕਰਕੇ ਦੇਖੋ, ਤੀਜੇ ਹਫ਼ਤੇ ਤੁਹਾਨੂੰ ਫਰਕ ਦਿਸਣ ਲੱਗੇਗਾ, ਤੁਹਾਡੇ ਚਿਹਰੇ ਦਾ ਨੂਰ ਵੱਖ ਹੋ ਜਾਣਾ, ਤੁਹਾਨੂੰ ਖੁਸ਼ੀ ਦਾ ਅਹਿਸਾਸ ਦੁੱਗਣਾ ਹੋਣਾ, ਤੇ ਤੁਹਾਡੀ ਕੰਮ ਕਰਨ ਦੀ ਕੈਪੈਸਿਟੀ ਵਧੇਗੀ, ਚਿੜਚਿੜਾਪਨ ਘਟਦਾ। ਤੇ ਉਹ ਸਾਰੀਆਂ ਚੀਜ਼ਾਂ 'ਚ ਜਦੋਂ ਇੰਪਰੂਵਮੈਂਟ ਜੇ 2 ਹਫ਼ਤੇ ਵਿੱਚ, ਜੋ ਕਿ ਖੋਜਾਂ ਵੀ ਦੱਸ ਚੁੱਕੀਆਂ, ਮੈਂ ਤਾਂ ਆਪ ਅਜ਼ਮਾ ਕੇ ਵੀ ਦੱਸ ਰਹੀ ਹਾਂ ਕਿ ਕਰਕੇ ਤਾਂ ਦੇਖੋ ਕਿ ਅੱਜ ਇਹ ਇੰਨੇ ਘੰਟੇ ਮੇਰੀ ਜ਼ਿੰਦਗੀ ਦੇ ਮੇਰੇ ਲਈ ਨੇ, ਇਹ ਜੀ ਲਓ, ਬਹੁਤ ਮਜ਼ਾ ਆਏਗਾ, ਇਹ ਕਰਨਾ ਚਾਹੀਦਾ। ਸੋ ਮੈਡਮ, ਜਾਂਦੇ ਜਾਂਦੇ ਅਖੀਰ ਦੇ ਵਿੱਚ ਤੁਹਾਡਾ ਸੁਨੇਹਾ ਕੀ ਹੋਏਗਾ, ਜਿਹੜੇ ਇਸ ਵੇਲੇ ਸਾਨੂੰ ਦਰਸ਼ਕ ਵੇਖ ਰਹੇ ਨੇ ਉਹਨਾਂ ਲਈ ਤੁਹਾਡਾ ਸੁਨੇਹਾ? ਜੀ, ਮੈਂ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ 7 ਦਿਨ ਵਿਹਲੇ ਰਹਿਣਾ ਗੁਨਾਹ ਹੈ। ਉਹਦਾ ਮਤਲਬ ਇਹ ਕਿ ਸਾਡਾ ਸੋਚ ਵਿਕਸਿਤ ਨਹੀਂ ਹੋਏਗੀ, ਅਸੀਂ ਮਾੜੇ ਪਾਸੇ ਜਾਣਾ ਹੀ ਜਾਣਾ। ਉਦੋਂ ਤਾਂ ਅਸੀਂ ਕਹਿ ਸਕਦੇ ਹਾਂ ਵਿਹਲਾ ਦਿਮਾਗ ਸ਼ੈਤਾਨ ਦਾ ਘਰ, ਜੋ ਕਿ ਅਸੀਂ ਦੇਖ ਵੀ ਰਹੇ ਹਾਂ। ਅੱਜ ਦੇ ਪੋਲੀਟੀਸ਼ੀਅਨਸ ਨੂੰ ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਕੁਝ ਵਿਹਲੇ ਲੋਕ ਜੋ ਫਤੂਰ ਕਰਨ, ਜਿਨ੍ਹਾਂ ਦੇ ਰਾਹੀਂ ਉਹ ਜੋ ਵੀ ਆਪਣੀ ਸੋਚ ਮਨ ਘੜਤ ਜਾਂ ਗਲਤ ਸ਼ਲਤ ਚੀਜ਼ਾਂ ਕਰਵਾ ਸਕਣ, ਉਹ ਲੋਕ ਇਹੋ ਜਿਹੇ ਚਾਹੁੰਦੇ ਨੇ। ਪਰ ਵੱਡੀ ਗਿਣਤੀ ਨੇ ਜਿਹੜੇ ਵਿਚਾਰੇ ਦਿਨ ਰਾਤ ਜੁਟੇ ਨੇ ਕਿ ਸਵੇਰ ਦੀ ਰੋਟੀ ਦਾ ਜੁਗਾੜ ਕਰਨਾ। ਮੈਨੂੰ ਪਤਾ ਇਹੋ ਜਿਹੇ ਬਹੁਤ ਸਾਰੇ ਮੇਰੇ ਰਿਕਸ਼ੇ ਵਾਲੇ ਵੀਰ ਵੀ ਕਹਿਣਗੇ ਕੀ ਮਜ਼ਾਕ ਕਰਦੀ ਹੈ ਸਾਡੇ ਤੇ ਇਸ ਤਰ੍ਹਾਂ ਦੀ ਗੱਲ। ਮੈਂ ਸਮਝ ਸਕਦੀ ਹਾਂ, ਦਿਹਾੜੀ ਤੇ ਵੀ ਜਾਣਾ ਤਾਂ ਰੋਜ਼ ਦਾ ਗੁਜ਼ਾਰਾ ਬਹੁਤ ਔਖਾ ਹੈ, ਪਰ ਉਹਨਾਂ ਲਈ ਵੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਆਪਾਂ ਕੰਮ ਕਰਦੇ ਕਦੋਂ ਜ਼ਿੰਦਗੀ ਸ਼ੁਰੂ ਹੋਣ ਤੋਂ ਮੌਤ ਤੱਕ ਦਾ ਸਫ਼ਰ ਕੱਟ ਗਏ ਪਤਾ ਹੀ ਨਹੀਂ ਲੱਗਦਾ। ਸੋ ਇੱਕ 8 ਘੰਟੇ 7ਵੇਂ ਦਿਨ ਦੇ ਜੇ ਉਹ ਆਫ ਕਰਕੇ ਆਪਣੇ ਬੱਚਿਆਂ ਨਾਲ ਹੱਸ ਖੇਡ ਸਕਣ ਤਾਂ ਇਹ ਜ਼ਿੰਦਗੀ ਦੇ ਵਿੱਚ ਤੁਹਾਡੀ ਇੱਕ ਤਾਂ ਬਾਕੀ 6 ਦਿਨ ਕੰਮ ਕਰਨ ਦੀ ਸਮਰੱਥਾ ਦੁੱਗਣੀ ਹੋ ਸਕਦੀ ਹੈ, ਤੇ ਦੂਸਰਾ ਤੁਸੀਂ ਘੱਟੋ ਘੱਟ ਆਪਣੇ ਜ਼ਿੰਦਾ ਹੋਣ ਦਾ ਅਹਿਸਾਸ ਪਾਲ ਸਕਦੇ ਹੋ। ਹਾਂ, ਮੈਂ ਜ਼ਿੰਦਾ, ਮੈਂ ਵੀ ਖੁਸ਼ ਹੋ ਸਕਦਾ, ਮੈਂ ਵੀ ਹੱਸ ਸਕਦਾ, ਮੇਰੇ ਵੀ ਬੱਚੇ ਨੇ, ਮੇਰੇ ਬੱਚੇ ਦੀ ਅੱਜ ਦੰਦੀ ਪਹਿਲੀ ਨਿਕਲੀ, ਅੱਜ ਮੇਰਾ ਬੱਚਾ ਪਹਿਲਾ ਕਦਮ ਤੁਰਿਆ। ਯਾਨੀ ਉਹ ਅਹਿਸਾਸ ਕਿ ਜਿਉਂਦੇ ਹੋਣ ਦਾ ਹਰ ਕਿਸੇ ਨੂੰ ਜ਼ਰੂਰ ਕਰਨਾ ਚਾਹੀਦਾ। ਮੈਮ ਸ਼ੁਕਰੀਆ, ਤੁਸੀਂ ਸਮਾਂ ਦਿੱਤਾ ਹੈਗਾ, ਬਹੁਤ ਧੰਨਵਾਦ। ਅੱਜ ਦਾ ਪ੍ਰੋਗਰਾਮ ਸਾਡੇ ਲਈ ਵੀ, ਮੇਰੇ ਲਈ ਵੀ ਬਹੁਤ ਖਾਸ ਸੀਗਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤੇ ਫਿਰ ਜਾਂਦੇ ਜਾਂਦੇ ਮੈਂ ਸਾਰੇ ਸਰੋਤਿਆਂ ਨੂੰ ਜੋ ਪ੍ਰਾਈਮ ਏਸ਼ੀਆ ਅੱਜ ਦੇਖ ਰਹੇ ਨੇ ਨੰਦਪ੍ਰੀਤ ਜੀ ਦੇ ਨਾਲ, ਕਿ ਸਾਡਾ ਤੁਹਾਨੂੰ ਹਮੇਸ਼ਾ ਹੀ ਇਹੋ ਸੁਨੇਹਾ ਹੁੰਦਾ ਹੈ, ਖੁਸ਼ ਰਹੋ, ਤੰਦਰੁਸਤ ਰਹੋ, ਲੰਬੀਆਂ ਉਮਰਾਂ ਮਾਣੋ, ਤੇ ਉਹਦੇ ਲਈ 7 ਦਿਨਾਂ ਦੇ ਵਿੱਚੋਂ ਇੱਕ ਦਿਨ ਜ਼ਰੂਰ ਆਪਣੇ ਲਈ ਰੱਖੋ। ਜੀ ਬਿਲਕੁਲ। ਤਾਂ ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਇੱਕ ਦਿਨ ਕੁਝ ਘੰਟੇ ਆਪਣੇ ਲਈ, ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ, ਤੇ ਸਭ ਤੋਂ ਵੱਡੀ ਗੱਲ ਆਪਣੀ ਸਿਹਤ ਲਈ ਜ਼ਰੂਰ ਕੱਢੋ। ਤੇ ਉਹਨਾਂ 7-8 ਘੰਟਿਆਂ ਦੇ ਵਿੱਚ ਸ਼ਾਇਦ ਕੁਝ ਬਦਲ ਜਾਵੇ, ਤੇ ਆਪਣੇ ਆਪ ਬਦਲ ਗਿਆ ਤੇ ਸਮਾਜ ਬਦਲ ਜਾਵੇਗਾ। ਤੇ ਇਸ ਤਰੀਕੇ ਦੇ ਨਾਲ ਜੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ, ਗੱਲਾਂ ਚੰਗੀਆਂ ਲੱਗੀਆਂ, ਤਾਂ ਇਸ ਪ੍ਰੋਗਰਾਮ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ, ਤੇ ਲਾਈਕ ਵਾਲਾ ਬਟਨ ਜੇ YouTube ਤੇ ਦੇਖ ਰਹੇ ਹੋ, Facebook ਤੇ ਦੇਖ ਰਹੇ ਹੋ, ਤਾਂ ਉੱਥੇ ਜ਼ਰੂਰ ਨੱਪ ਦਿਓ। ਕੈਮਰਾਮੈਨ ਦੀਪਕ ਦੇ ਨਾਲ ਮੈਂ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV। ਤੁਹਾਡਾ ਆਪਣਾ, ਤੁਹਾਡੇ ਲਈ ਸਤਿ ਸ਼੍ਰੀ ਅਕਾਲ।